असलामुअलैकुम। 4 स्टार सियासी डेरे दे खुश आमदीद। हजूर साडी दुआ है तुसीं जिथे जिथे भी तशरीफ फरमाओ, अल्लाह पाक तुहानू सारिआं नूं सेहत तंदुरुस्ती अता फरमावे। तो लो हज़रत जी, बड़िया बड़िया खबरां लैके तुहाडी खिदमत च हाज़र हो गए हैं। तुहाडे अगे गुजारिश है, अगर तुसीं चैनल नूं सबसक्राइब नहीं कीता ते सबसक्राइब कर दिओ ते बैल आइकन दे बटन नूं दबा देना। जनरल फैज़ मीर साहब जिहड़े हैगे ने, ਇਹ ਪੀਟੀਆਈ ਦੀ ਤਬੂਤ ਦੇ ਵਿੱਚ ਆਖਰੀ ਕਿਲ ਸਾਬਤ ਹੁੰਦੇ। ਇਹਦੇ ਉੱਤੇ ਗੱਲਬਾਤ ਕਰਾਂਗੇ ਤੇ ਜਿਹੜਾ ਹੈਗਾ ਨਾ ਅਲੀ ਮੀਨ ਗੰਡਾਪੁਰ ਸਾਹਿਬ ਜਿਹੜੇ ਹੈਗੇ ਨੇ ਦੂਸਰੀ ਵਾਰ ਵੀ ਪੰਜਾਬ ਵਿੱਚ ਨਾਕਾਮ ਹੋ ਚਲੇ ਗਏ ਹੈਗੇ ਨੇ। ਤੇ ਤੀਸਰਾ ਜਿਹੜਾ ਹੈਗਾ ਨਾ ਮੌਲਾਨਾ ਸਾਹਿਬ ਨੇ ਖੜਾ ਕਰ ਦਿੱਤਾ, ਦਬੰਗ ਖਿਤਾਬ ਕੀਤਾ ਉਹਨਾਂ ਨੇ। ਇਹਦੇ ਤੇ ਗੁਫ਼ਤਗੂ ਕਰਾਂਗੇ ਤੇ ਤੁਹਾਡੇ ਗੁਜ਼ਾਰਿਸ਼ ਹੈ ਤੁਸੀਂ ਅਗਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਦੇ ਬਟਨ ਨੂੰ ਲਾਜ਼ਮਨ ਦਬਾ ਦੇਣਾ। ਲੋ ਜੀ, ਸਭ ਨਾਲ ਪਹਿਲੋਂ ਆਨੇ ਆ ਇਸ ਖਬਰ ਦੇ ਉੱਤੇ। ਅੱਜ ਮੈਂ ਤੁਹਾਨੂੰ ਜਿਹੜੀ ਖਬਰ ਦੇਣ ਜਾ ਰਿਹਾ ਹਾਂ ਨਾ, ਅੱਜ ਮੈਂ ਤੁਹਾਨੂੰ ਜਿਹੜੀ ਖਬਰ ਦੇਣ ਜਾ ਰਿਹਾ ਹਾਂ, ਇਹ ਦੁਨੀਆ ਦੀ ਸਭ ਨਾਲ ਵੱਡੀ ਖਬਰ ਹੈਗੀ ਹੈ। ਔਰ ਸਾਡੀ ਖਬਰਾਂ ਇਸੇ ਤਰ੍ਹਾਂ ਦੀਆਂ ਹੁੰਦੀਆਂ, ਮੌਲਵੀ ਬੰਦੇ ਆ ਤੇ ਸਾਡੀ ਖਬਰਾਂ ਇਸੇ ਤਰ੍ਹਾਂ ਦੀਆਂ ਹੀ ਹੁੰਦੀਆਂ ਨੇ, ਠੀਕ ਹੈ ਨਾ। ਇਹ ਰੱਬ ਜਿਹੜਾ ਹੈਗਾ ਨਾ ਇਹ ਖਬਰਾਂ ਦੇ ਰਹੇ ਨਾ, ਇਹ ਤੁਹਾਨੂੰ ਦੱਸਣੇ ਪਏਗਾ, ਬੜੀ ਵੱਡੀ ਖਬਰ ਹੈਗੀ ਹੈ। ਰਾਵਲਪਿੰਡੀ ਦਾ ਜਿਹੜਾ ਸਾਬਕਾ ਕਮਿਸ਼ਨ ਹੈਗਾ ਸੀ ਲਿਆਕਤ ਚੱਠਾ, ਤੇ ਉਹਨੇ ਜਿਹੜਾ ਹੈਗਾ ਨਾ ਕੋਰਟ ਮਾਰਸ਼ਲ ਦਾ ਸਾਹਮਣਾ ਕਰਨ ਵਾਲੇ ਫੈਜ਼ ਮੀਰ ਸਾਹਿਬ ਦੇ ਉੱਤੇ ਜਿਹੜਾ ਹੈਗਾ ਨਾ ਗਵਾਹੀ ਦੇਣ ਵਾਸਤੇ ਤਿਆਰ ਹੋ ਗਿਆ ਹੈ। ਇਹ ਅੱਜ ਦੀ ਤਾਜ਼ਾ ਖਬਰ ਹੈਗੀ ਹੈ। ਇਸੇ ਤੁਹਾਨੂੰ ਕਿੰਨੇ ਦਿਨਾਂ ਦਾ ਕਹਿੰਦੇ ਪਏ ਲਿਆਕਤ ਚੱਠਾ ਜਿਹੜਾ ਹੈਗਾ ਨਾ ਇਹ ਗਵਾਹੀ ਦੇਣ ਵਾਸਤੇ ਤਿਆਰ ਹੋ ਗਿਆ ਹੈ। ਇਹ ਉਹੀ ਲਿਆਕਤ ਚੱਠਾ ਹੈਗਾ ਜਿਹਨੇ 2024 ਦੇ ਇੰਤਖਾਬਾਤ ਦੇ ਜਿਹੜੇ ਨੇ ਆਪਣੇ ਇੰਤਖਾਬਾਤ ਹੋਏ ਸਨ, ਤੇ ਉਹਦੇ ਵਿੱਚ ਜਿਹੜਾ ਹੈਗਾ 2023 ਦੇ ਇੰਤਖਾਬਾਤ ਸੀ, ਉਹਦੇ ਵਿੱਚ ਇਹਨੇ ਕਾਫੀ ਜ਼ਿਆਦਾ ਮਸਲਾ ਖੜਾ ਕੀਤਾ ਸੀ। ਇਹ ਟੀਵੀ ਦੇ ਆਉਂਦੇ ਨੇ ਜੀ, ਮੇਰਾ ਜ਼ਮੀਰ ਮੈਨੂੰ ਗਵਾਰਾ ਨਹੀਂ ਕਰਦਾ, ਮੈਨੂੰ ਕਾਜ਼ੀ ਫਾਇਜ਼ ਈਸਾ ਸਾਹਿਬ ਨੇ ਹੋਰ ਬੰਦਿਆਂ ਨੇ ਮੈਨੂੰ ਜਿਹੜਾ ਹੈਗਾ ਨਾ ਗਲਤ ਕੰਮ ਕਰਨ ਦੇ ਮਜਬੂਰ ਕੀਤਾ ਸੀ। ਤੇ ਮੈਂ ਕਿੰਨੀਆਂ ਸੀਟਾਂ ਜਿਹੜੀਆਂ ਹੈਗੀਆਂ ਨਾ ਪੀਟੀਆਈ ਦੀਆਂ ਹੈਗੀਆਂ ਸਨ, ਮੈਂ ਉਹ ਨੂਨ ਲੀਗ ਨੂੰ ਦਵਾਈਆਂ ਹੈਗੀਆਂ ਨੇ। ਅੱਛਾ ਜੀ, ਉਹਨੇ ਕਾਫੀ ਜ਼ਿਆਦਾ ਜਿਹੜਾ ਨਾ ਕਾਜ਼ੀ ਫਾਇਜ਼ ਈਸਾ ਸਾਹਿਬ ਦੇ, ਸਾਡੀ ਪਾਕ ਫੌਜ ਦੇ ਔਰ ਦੂਸਰੇ ਬੰਦਿਆਂ ਤੇ ਕਾਫੀ ਜ਼ਿਆਦਾ ਇਲਜ਼ਾਮਾਤ ਲਾਏ। तो उन्हें मेरा ज़मीर मैनू इजाजत नहीं देता गया। एक ऐसा बंदा है कहता मैनू मेरा ज़मीर इजाजत नहीं देता गया। वह भी जो ना जनरल फैज़ मीर के उत्ते जो ना तैयार हो गया है गवाही देने वास्ते। तो बाद उन्हें माफ़ी मंग ली, 2-4 दिन बाद, नहीं जी मेरे को गलती हो गई, मेरे को इंज होया, मेरे को इंज होया। चलो खैर कोई गल नहीं, ये तो उन्होंने जो सामने किया गया तो फिर ही मामला सारा हो ना। ਜਿਹੜੇ ਜ਼ਰਾਏ ਹੈਗੇ ਨੇ ਸਾਡੇ ਉਹ ਦੱਸਦੇ ਪਏ ਹੈਗੇ ਨੇ ਕਿ ਜਿਹੜਾ ਹੈਗਾ ਨਾ ਟਰਾਇਲ ਦੇ ਦੌਰਾਨ ਲਿਆਕਤ ਚੱਠੇ ਨੂੰ ਜਦੋਂ ਫੈਜ਼ ਮੀਰ ਦੇ ਸਾਹਮਣੇ ਪੇਸ਼ ਕੀਤਾ ਗਿਆ ਨਾ, ਤੇ ਉਹਨੇ ਆਖਿਆ ਜੇ ਪ੍ਰੈਸ ਕਾਨਫਰੰਸ ਜਿਹੜਾ ਨਾ ਉਹਨੇ ਜਿਹੜੇ ਮੈਂ ਪ੍ਰੈਸ ਕਾਨਫਰੰਸ ਕੀਤੀ ਸੀ ਨਾ ਜਨਰਲ ਫੈਜ਼ ਮੀਰ ਦੇ ਕਹਿਣ ਤੇ ਕੀਤੀ ਗਈ ਸੀ। ਉਹਨੇ ਮੇਰੇ ਪਾਸ ਕੋਈ ਜਿਹੜਾ ਮੇਰੇ ਕੋਲ ਜਿਹੜੇ ਹੈਗੇ ਨਾ ਕੋਈ ਸ਼ਵਾਇਦ ਨਹੀਂ ਹੈਗੇ। ਤੇ ਉਸਨੇ ਉਹਨੇ ਕਿਹਾ ਹੈਗਾ ਕਿ ਵੀ ਜਿਹੜਾ 2024 ਦੇ ਇੰਤਖਾਬਾਤ ਜਿਹੜੇ ਹੋਏ ਸਨ ਨਾ, ਉਹਦੇ ਚ ਸਦਰੇ ਪਾਕਿਸਤਾਨ ਹੋਵੇਗਾ ਦੁਬਾਰਾ, ਤੇ ਜਿਹੜਾ ਹੈਗਾ ਨਾ ਇਮਰਾਨ ਖਾਨ ਵਜ਼ੀਰ ਆਜ਼ਮ ਜੇਲ੍ਹ ਚ ਕੱਢਦੇ ਨੂੰ ਵਜ਼ੀਰ ਆਜ਼ਮ ਬਣਾ ਦਿੱਤਾ ਜਾਵੇਗਾ। ਔਰ ਸ਼ੁਕਰ ਕਰੋ ਪਾਕਿਸਤਾਨੀਓ, ਅੱਲਾਹ ਪਾਕ ਨੇ ਪੀਟੀਆਈ ਦੇ ਜਿਹੜੇ ਹੈਗੇ ਸੀ ਨਾ ਮਾਮਲਾਤ, ਇਹ ਤੁਹਾਨੂੰ ਬਰ ਵਕਤ ਸਾਡੀ ਪਾਕ ਫੌਜ ਜ਼ਿੰਦਾਬਾਦ, ਇਹਨਾਂ ਨੇ ਹੋਰ ਜਿਹੜੇ ਹੈਗੇ ਸੀ ਸਿਆਸਤਦਾਨਾਂ ਨੇ ਮਿਲਦੇ ਇਹਨਾਂ ਨੂੰ ਬੇਨਕਾਬ ਕੀਤਾ ਗਿਆ ਹੈ। ਉਹਨੇ ਆਖਿਆ ਕਿ ਫਿਰ ਉਹਨੇ ਜਿਹੜਾ ਹੈਗਾ ਸੀ ਨਾ ਆਪਣਾ ਲਿਆਕਤ ਚੱਠਾ, ਉਹਨੇ ਇਹ ਵੀ ਦੱਸਿਆ ਗਿਆ ਕਿ ਇਹ ਜਿਹੜਾ ਹੈਗਾ ਸੀ ਨਾ ਇਮਰਾਨ ਖਾਨ ਦਾ ਇਕਤਦਾਰ ਤੋਂ ਲਿਆਕਤ ਚੱਠਾ ਨੇ ਇਹ ਵੀ ਦੱਸਿਆ ਗਿਆ ਕਿ ਇਮਰਾਨ ਖਾਨ ਇਕਤਦਾਰ ਤੋਂ ਬਾਅਦ ਜੋ ਨਿਕਲਿਆ ਗਿਆ ਤੇ ਜਿਹੜੇ ਜਲਸੇ ਜਲੂਸ ਰੈਲੀਆਂ ਮਾਮਲਾਤ ਆਨਾ ਜਾਣਾ ਖਰਚੇ ਅਖਰਾਜਾਤ ਜਿਹੜੇ ਹੈਗੇ ਸਨ ਸਾਰੇ ਜਨਰਲ ਫੈਜ਼ ਮੀਰ ਦੇ ਇਮਾਂ ਦੇ ਹੁੰਦੇ ਰਹੇ। ਉਹਦੀ ਹਦਾਇਤ ਦੇ ਮੁਤਾਬਕ ਮੁਲਕ ਦੇ ਵਿੱਚ ਇੱਕ ਜਲਸਿਆਂ ਦਾ ਤੂਫਾਨ ਲਿਆਇਆ ਗਿਆ ताकि गौरमेंट ਨੂੰ ਪ੍ਰੈਸ਼ਰਾਈਜ਼ ਕੀਤਾ ਜਾਵੇ। ਇਹ ਵੀ ਸਾਰਾ ਮਾਮਲਾ ਜਨਰਲ ਫੈਜ਼ ਮੀਰ ਸਾਹਿਬ ਦੇ ਉੱਤੇ ਆਂਦਾ ਪਿਆ ਗਿਆ। ਉਹ ਦੱਸਦੇ ਪਏ ਸਨ ਕਿ ਕਾਫੀ ਜਿਹੜੇ ਸਾਬਕਾ ਫੌਜ ਦੇ ਅਫੀਸਰ ਸਨ ਜਾਂ ਕੋਈ ਵੀ ਮਾਮਲਾਤ ਹੈਗੇ ਸਨ, ਉਹ ਸਾਰੇ ਕਾਫੀ ਜ਼ਿਆਦਾ ਜਨਰਲ ਫੈਜ਼ ਮੀਰ ਦੇ ਨਾਲ ਸਨ। ਇਹ ਅੱਲਾ ਹੀ ਜਾਣਦਾ ਹੈ, ਸਾਨੂੰ ਨਹੀਂ ਇਸ ਮਾਮਲੇ ਪਤਾ, ਲੇਕਿਨ ਅਸੀਂ ਆਪਦੀ ਪਾਕ ਫੌਜ ਦੇ ਨਾਲ ਖੜੇ ਹੋਏ ਹਾਂ। ਲੇਕਿਨ ਕਾਫੀ ਜ਼ਿਆਦਾ ਜਰਨਲਾਂ ਦੀ ਜਾਂ ਕਾਫੀ ਜ਼ਿਆਦਾ ਜਿਹੜੇ ਹੈਗੇ ਸੀ ਬ੍ਰਿਗੇਡੀਅਰ ਜਰਨਲ ਇਹ ਉਹ ਮੇਜਰ ਇਹ ਉਹ ਕਾਫੀ ਜ਼ਿਆਦਾ ਬੰਦੇ ਇਸ ਮਾਮਲੇ 'ਚ ਗ੍ਰਿਫਤਾਰ ਹੋਏ ਨੇ। ਲੇਕਿਨ ਫੌਜ ਦਾ ਇੱਕ ਆਈਨੀ ਅਦਾਰਾ ਹੈਗਾ, ਉਹਨਾਂ ਨੇ ਆਪਦੇ ਮਾਮਲਾਤ ਬੜੇ ਪੁਸ਼ੀਦਾ ਰੱਖੇ ਹੁੰਦੇ ਨੇ। ਅਸੀਂ ਵੀ ਦੁਆ ਕਰਾਂਗੇ ਸਾਡੇ ਮਾਮਲਾਤ ਜਿਹੜੇ ਹੈਗੇ ਸਾਰੇ ਪੁਸ਼ੀਦਾ ਰਹਿਣ। ਅੱਲਾਹ ਪਾਕ ਸਾਨੂੰ ਸਾਰਿਆਂ ਨੂੰ ਜਿਹੜਾ ਨਾ ਇਸ ਮਾਮਲਾਤ ਤੋਂ ਦੂਰ ਰੱਖੇ। ਅੱਲਾਹ ਪਾਕ ਸਾਡੇ ਸਾਰੇ ਮੁਲਕ ਦੇ ਹਾਲ ਦੇ ਰਹਿਮ ਕਰਮ ਦਾ ਮਾਮਲਾ ਫਰਮਾਵੇ। ਪੀਟੀਆਈ ਨੇ ਤਾਂ ਮੁਲਕ ਨੂੰ ਅਦਮ ਇਸਤਹਕਾਮ ਦੋ ਚਾਰ ਕਰਨਾ ਹੀ ਕਰਨਾ ਸੀ। ਇਹਨਾਂ ਨੇ
ਅਦਮੋ ਇਸਤਹਿਕਾਮ ਦੇ ਨਾਲ ਦੋ ਚਾਰ ਕਰਨਾ ਹੀ ਕਰਨਾ ਹੈਗਾ ਸੀ। ਤੇ ਚਲੋ ਕੋਈ ਗੱਲ ਨਹੀਂ, ਅੱਲਾਹ ਪਾਕ ਨੇ ਸਾਡੀ ਹਿਫਾਜ਼ਤ ਫਰਮਾਈ। ਜਿਹੜਾ ਇਹਨਾਂ ਦਾ ਮਾਸਟਰ ਮਾਈਂਡ ਸੀ ਉਹ ਵੀ ਗ੍ਰਿਫਤਾਰ ਹੋ ਗਿਆ। ਤੇ ਜਿਹੜੇ ਜਿਹੜੇ ਬੰਦਿਆਂ ਨਾਲ ਤਲਕਾਤ ਹੈਗੇ ਨੇ ਸਾਰੇ ਬੰਦੇ ਸਾਹਮਣੇ ਆਵਣਦੇ। ਅੱਲਾਹ ਪਾਕ ਸਾਡੇ ਮੁਲਕ ਦੀ ਖੈਰ ਕਰੇ। ਪਾਕਿਸਤਾਨ ਜ਼ਿੰਦਾਬਾਦ। ਅੱਲਾਹ ਪਾਕ ਸਾਡੀ ਫੌਜ ਨੂੰ ਵੀ ਸਾਡੇ ਉੱਤੇ ਕਾਇਮ ਦੈਮ ਰੱਖੇ। ਦੂਸਰੀ ਖਬਰ ਤੇ ਆਣੇ ਵਾਲੀ, ਮੀਨ ਗੁੱਡਾਪੁਰ ਜਿਹੜਾ ਦੂਸਰੀ ਵਾਰੀ ਜਿਹੜਾ ਹੈਗਾ ਨਾ ਰਾਵਲਪਿੰਡੀ ਚੋਂ ਨਾਕਾਮ ਚਲਾ ਗਿਆ ਹੈ। ਕੱਲ ਵੀ ਇਹ ਰਾਵਲਪਿੰਡੀ ਚੋਂ ਕੱਲ ਵੀ ਜਿਹੜਾ ਹੈਗਾ ਨਾ ਕਾਫੀ ਜ਼ਿਆਦਾ ਇਹਨਾਂ ਨੇ ਮਸਲਾ ਮਸਾਇਲ ਖੜੇ ਕੀਤੇ। ਕਾਫੀ ਜ਼ਿਆਦਾ ਜਿਹੜੇ ਅਫਗਾਨੀ, ਇਹ ਜਿਹੜਾ ਕੋਈ 2-4 ਹਜ਼ਾਰ ਅਫਗਾਨੀ ਲਿਆ ਦੇ ਤੇ ਪਿੰਡੀ ਦੇ ਉੱਤੇ ਹਮਲਾਵਰ ਹੋਏ। ਲੇਕਿਨ ਸਾਡੀ ਪਿਆਰੀ ਜਿਹੜੀ ਵਜ਼ੀਰ ਆਲਾ ਨੇ ਮਰੀਮ ਨਵਾਜ਼ ਸਾਹਿਬਾ, ਉਹਨਾਂ ਨੇ ਕਮਾਲ ਬਹਾਦਰੀ ਦੇ ਨਾਲ ਇਹਨਾਂ ਗੁੰਡਿਆਂ ਦਾ ਮੁਕਾਬਲਾ ਕੀਤਾ ਔਰ ਇਹਨਾਂ ਨੂੰ ਇਸਲਾਮਾਬਾਦ ਦੇ ਵਿੱਚ ਦਾਖਲ ਹੋਣ ਤੋਂ ਇਹ ਜਿਹੜਾ ਹੈਗਾ ਨਾ ਇਹਨਾਂ ਨੂੰ ਰੋਕੀ ਰੱਖਿਆ ਗਿਆ। ਅਲੀ ਮੀਨ ਗੰਡਾਪੁਰ ਆਪਦਾ ਜੱਥਾ ਲਿਆ। ਦੇਖੋ ਮੈਂ ਤੇ ਇਸ ਚੀਜ਼ ਨੂੰ ਹੈਰਾਨ ਹੋਣਾ ਪਿਆ, ਦੇਖੋ ਸੂਬੇ ਦਾ ਵਜ਼ੀਰ ਆਲਾ ਗਿਆ ਹੈ। ਇਹ ਤੂੰ ਸੂਬੇ ਦਾ ਵਜ਼ੀਰ ਆਲਾ ਕਿ ਤੂੰ ਉੱਥੋਂ ਬੰਦੇ ਲਿਆ ਦੇ ਆਣਾ ਹੈਗਾ ਵਫਾਕ ਦੇ ਉੱਤੇ ਹਮਲਾਵਰ। ਖਿਆਲ ਕਰ ਯਾਰ, ਇਹ ਮਾਮਲਾਤ ਕੁਝ ਵੀ ਹੈਗੇ ਨੇ, ਇਹ ਬਸ ਅੱਲਾ ਖੈਰ ਹੀ ਕਰੇ। ਅੱਲਾਹ ਪਾਕ ਸਾਡੇ ਮੁਲਕ ਦੇ ਹਾਲ ਦੇ ਰਹਿਮੋ ਕਰਮ ਫਰਮਾਵੇ। ਇਹ ਜਿਹੜਾ ਹੈਗਾ ਨਾ ਉਧਰੋਂ ਇਹ ਮਾਮਲਾ ਬਣਿਆ ਪਿੰਡ ਦੇ ਵਿੱਚ, ਉਧਰੋਂ ਹਸਨ ਨਸਰੁੱਲਾ ਸਾਹਿਬ ਦੀ ਸ਼ਹਾਦਤ ਹੋ ਗਈ ਫਲਸਤੀਨ ਦੇ ਬਰੂਤ ਦੇ ਵਿੱਚ। ਇਹਨਾਂ ਨੂੰ ਚਾਹੀਦਾ ਸੀ ਵੀ ਬੰਦੇ ਦੇ ਪੁੱਤਰ ਬੰਦੇ ਘਰ ਬਹਿ ਜਾਂਦੇ, ਦੁਆਏ ਖੈਰ ਕਰਦੇ, ਕੋਈ ਕੁਰਾਨ ਹਾਨੀ ਕਰਦੇ। ਇਸ ਟਾਈਮ ਮੁਲਕ ਦੇ ਵਿੱਚ, ਇਸਲਾਮੀ ਮੁਲਕਾਂ ਦੇ ਵਿੱਚ ਇਸਰਾਈਲ ਨੇ ਆਪਦਾ ਮਾਮਲਾ ਖੜਾ ਕੀਤਾ ਹੋਇਆ ਹੈ। ਮਸਲੇ ਹੋਰ ਮਸਾਇਲ ਖੜੇ ਕੀਤੇ ਗਏ ਨੇ। बजाय कसी अल्लाह की दुआ करते, कोई नवाफल पढ़ते, अल्लाह को रो रो अपनी दुआवां मंगते। लेकिन ਜਿਹੜਾ ਹੈਗਾ ਇਮਰਾਨ ਖਾਨ ਇਹਨੇ ਆਪਦਾ ਵਿੱਚ ਫੁੱਦੂ ਛੱਡਿਆ ਗਿਆ। ਇਹਨੇ ਮੇਰੀ ਸੁਣੋ ਜੀ ਗੱਲ, ਇਹਨਾਂ ਨੇ ਉਹ ਜਿਹੜਾ ਨਾ ਗੋਡ ਸਿਮਤ ਦਾ ਦਮਾਦ, ਬਸ ਅੱਲਾ ਇਹਨੂੰ ਹਦਾਇਤ ਦੇਵੇ। ਇਹਨਾਂ ਸਾਰਿਆਂ ਜਿਹੜਾ ਹੈਗਾ ਇਹਨਾਂ ਦੀ ਹੁਣ ਜਿਹੜੀ ਮੁਲਕ ਦੁਸ਼ਮਣੀ ਹੈਗੀ ਸਾਰੇ ਸਾਹਮਣੇ ਆ ਚੁੱਕੀ ਹੈਗੀ ਹੈ। ਇਹਦੇ ਨਾਲ ਨਾਲ ਜਿਹੜਾ ਹੈਗਾ ਇਹ ਜਿਹੜਾ ਮੀਨ ਗੰਡਾਪੁਰੇ ਨੇ ਬੜੀ ਧੁਆਂਧਾਰ ਪ੍ਰੈਸ ਕਾਨਫਰੰਸ ਕੀਤੀ। ਉਹਨੇ ਕਿਹਾ ਜੀ ਇੱਕ ਗੋਲੀ ਮਾਰੋ ਤੇ 10 ਮਾਰਾਂਗੇ, ਇੱਕ ਲੱਤ ਭੰਨੋ ਤੇ ਤੁਹਾਡੀ 10 ਭੰਨਾਂਗੇ, ਇੱਕ ਹੋਰ ਕੋਈ ਮਾਮਲਾ ਕਰੋ ਤੇ ਤੁਹਾਡੇ ਸਾਰਿਆਂ ਨਾਲ ਅਸੀਂ ਮਾਮਲਾ ਹੋਰ ਖਰਾਬ ਕਰਾਂਗੇ। ਇਹ ਬੜੀ ਉਹ ਗੁਫ਼ਤਗੂ ਕੀਤੀ ਉਹਨੇ, ਬੜੀ ਗਰਮ ਗੁਫ਼ਤਗੂ ਕੀਤੀ ਹੈ। ਤੇ ਖੈਰ ਉਹ ਜਿਹੜਾ ਹੈਗਾ ਸੀ ਨੇ ਪੀਟੀਆਈ ਵਰਕਰਾਂ ਨੂੰ ਕਲਪਾ ਫੈਂਟੀ ਪਈ ਉੱਥੇ ਪੀਟੀ ਉੱਥੇ ਆਪਣਾ ਰਾਵਲਪਿੰਡੀ ਦੇ ਵਿੱਚ ਕਾਫੀ ਜ਼ਿਆਦਾ ਮਸਲਾ ਮਸਾਇਲ ਖਰਾਬ ਹੋਇਆ। ਇਹ ਜਿਹੜੇ ਇੱਥੇ ਅਫਗਾਨੀ ਹੈਗੇ ਨਾ, ਮੈਂ ਗੌਰਮੈਂਟ ਹੁਕੂਮਤ ਪਾਕਿਸਤਾਨ ਅੱਗੇ ਗੁਜ਼ਾਰਿਸ਼ ਕਰਾਂਗਾ, ਇਹ ਪਿੰਡੀ ਦੇ ਵਿੱਚ ਇਸਲਾਮਾਬਾਦ ਦੇ ਵਿੱਚ ਬੜੇ ਅਫਗਾਨੀ ਹੈਗੇ ਨੇ, ਬੜੇ ਅਫਗਾਨੀ ਹੈਗੇ ਨੇ। ਇਹ ਜਿਹੜੇ ਹੈਗੇ ਨੇ ਨਾ ਅੱਲਾ ਇਹਨਾਂ ਨੂੰ ਹਦਾਇਤ ਦੇਵੇ। ਇਹ ਇਸ ਮੁਲਕ ਵਾਸਤੇ ਨਸੂਰ ਬਣ ਚੁੱਕੇ ਨੇ। ਅਸੀਂ ਆਪਦੀ ਪਾਕ ਫੌਜ ਅੱਗੇ ਅਪੀਲ ਕਰਾਂਗੇ ਇਹਨਾਂ ਸਦੇਬਾਬ ਕੀਤਾ ਜਾਵੇ ਤੇ ਇਹਨਾਂ ਨੂੰ ਆਪਦੇ ਦੇ ਮੁਲਕਾਂ ਦੇ ਵਿੱਚ ਭੇਜਿਆ ਜਾਵੇ। ਠੀਕ ਹੈ ਨਾ। ਅਸੀਂ ਇਹ ਜਿਹੜਾ ਹੈਗਾ ਨਾ ਮਾਮਾ ਕਰਾਂਗੇ। ਇਹ ਕਾਰਕੁਨਾਂ ਜਿਹੜੇ ਇਧਰ ਨਾਲ ਲੈਂਦੇ ਆਏ ਸੀ, ਜਿਵੇਂ ਮੀਨ ਗੰਡਾਪੁਰ ਸਾਹਿਬ ਨੇ ਵਾਪਸੀ ਦਾ ਐਲਾਨ ਕੀਤਾ ਉਦੋਂ ਬੜੇ ਗਰਮ ਹੋ ਗਏ। ਅਸੀਂ ਤੇ ਮੁਲਕ ਦੇ ਉੱਤੇ ਹਮਲਾਵਰ ਹੋਣਾ ਸੀ, ਅਸੀਂ ਤੇ ਇਹ ਮਾਮਲਾ ਕਰਨਾ ਸੀ ਜਾਂ ਅਸੀਂ ਸਾਰੇ ਮਸਲੇ ਸਾਰੇ ਜਿਹੜੇ ਸੀ ਨਾ ਨਿਬੇੜਨੇ ਸਨ। ਲੇਕਿਨ ਉਹ ਮਸਲਾ ਹੱਲ ਨਾ ਹੋ ਸਕਿਆ ਗਿਆ। ਅਸੀਂ ਅੱਲਾ ਦਾ ਬਹੁਤ ਜ਼ਿਆਦਾ ਸ਼ੁਕਰ ਅਦਾ ਕਰਨੇ ਆ, ਜਿਵੇਂ ਵੀ ਮਾਮਲਾ ਆਇਆ ਅੱਲਾ ਪਾਕ ਸਾਡੀ ਇਹਨਾਂ ਤੋਂ ਜਾਨ ਛੁਡਵਾਈ। ਉਹਦੇ ਬਾਅਦ ਮੌਲਾਨਾ ਫਜ਼ਲ ਰਹਿਮਾਨ ਸਾਹਿਬ ਨੇ ਵੀ ਕਾਫੀ ਜ਼ਿਆਦਾ ਜਿਹੜਾ ਹੈਗਾ ਨਾ ਇਸ ਮਾਮਲੇ ਦੇ ਉੱਤੇ ਨੂੰ ਸੀਰੀਅਸ ਲਿਆ ਗਿਆ। ਇਹਦੇ ਖਿਤਾਬ ਨੂੰ ਇਹ ਜਿਹੜਾ ਇਹਨੇ ਕਿ ਇੱਕ ਗੋਲੀ ਮਾਰਾਂਗੇ ਤੇ 10 ਜਿਹੜੇ ਨਾ ਇੱਕ ਗੋਲੀ ਮਾਰੋ ਤੇ 10 ਮਾਰਾਂਗੇ, ਇਹ ਹੋ ਜਾਏਗਾ ਉਹ ਹੋ ਜਾਏਗਾ। ਕਾਫੀ ਜ਼ਿਆਦਾ ਇਹਦੇ ਤੋਂ ਮਸਲਾ ਖਰਾਬ ਹੋਇਆ। ਕਾਫੀ ਸਿਆਸਤਦਾਨਾਂ ਨੇ ਜਿਹੜਾ ਹੈਗਾ ਨਾ ਇਹਨਾਂ ਨੂੰ ਸਮਝਾਇਆ। ਮੌਲਾਨਾ ਸਾਹਿਬ ਨੇ ਜਿਹੜਾ ਹੈਗਾ ਨਾ ਜਿਸ ਬੰਦੇ ਦਾ ਇਹ ਸ਼ਿਆਨੇ ਸ਼ਾਨ ਜਿਸ ਉਹਦੇ ਤੇ ਬੈਠਾ ਹੈ ਨਾ, ਮੈਂ ਉਹਦੇ ਤੇ ਗੱਲ ਕਰਨਾ ਵੀ ਮੁਨਾਸਬ ਨਹੀਂ ਸਮਝਦਾ। ਦੇਖੋ ਮੌਲਾਨਾ ਸਾਹਿਬ ਨੇ ਖੜਾ ਕੀਤਾ, ਉਹਨਾਂ ਨੇ ਕਾਫੀ ਜ਼ਿਆਦਾ ਬਾਤਾਂ ਕੀਤੀਆਂ। ਮੌਲਾਨਾ ਸਾਹਿਬ ਨੇ ਸਾਡੀਆਂ ਹਮਦਰਦੀਆਂ ਨੇ, ਅਸੀਂ ਮੌਲਾਨਾ ਸਾਹਿਬ ਦੇ ਨਾਲ ਹੈਗੇ ਹਾਂ। ਸਾਰੇ ਦੁਆ ਕਰੋ ਸਾਡੇ ਮੁਲਕ ਦੇ ਅੱਲਾਹ ਪਾਕ ਹਾਲ ਦੇ ਰਹਿਮੋ ਕਰਮ ਫਰਮਾਵੇ। ਅੱਲਾਹ ਪਾਕ ਸਾਨੂੰ ਸਾਰਿਆਂ ਨੂੰ ਆਸਾਨੀ ਵਾਲੇ ਮਾਮਲੇ ਫਰਮਾਵੇ। ਅੱਲਾਹ ਪਾਕ ਸਾਡੇ ਵਾਸਤੇ ਬਿਹਤਰੀ ਅਤਾ ਫਰਮਾਏ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। अस्सलाम वालेकुम।